ओम शांति। ਅੱਜ ਪਿਆਰੇ ਬਾਪ ਦਾਦਾ ਦੇ 17/7/2021 ਦੇ ਮਹਾਵਚਨ। ਪਿਆਰੇ ਬਾਪ ਦਾਦਾ ਨੇ ਆਪਣੇ ਮਿੱਠੇ ਮਿੱਠੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਗਿਆਨ ਸਾਗਰ ਬਾਪ ਤੁਹਾਨੂੰ ਗਿਆਨ ਦਾ ਤੀਸਰਾ ਨੇਤਰ ਦੇਣ ਲਈ ਆਏ ਹਨ, ਜਿਸ ਨਾਲ ਆਤਮਾ ਦੀ ਜੋਤੀ ਜਗ ਜਾਂਦੀ ਹੈ। ਪ੍ਰਸ਼ਨ ਹੈ, ਬਾਪ ਨੂੰ ਕਰਨ ਕਰਾਵਨਹਾਰ ਕਿਉਂ ਕਿਹਾ ਜਾਂਦਾ ਹੈ? ਉਹ ਕੀ ਕਰਦੇ ਹਨ ਅਤੇ ਕੀ ਕਰਾਉਂਦੇ ਹਨ? ਉੱਤਰ ਹੈ, ਬਾਬਾ ਕਹਿੰਦੇ, ਮੈਂ ਤੁਹਾਨੂੰ ਬੱਚਿਆਂ ਨੂੰ ਮੁਰਲੀ ਸੁਣਾਉਣ ਦਾ ਕੰਮ ਕਰਦਾ ਹਾਂ। ਮੁਰਲੀ ਸੁਣਾਉਂਦਾ, ਮੰਤਰ ਦਿੰਦਾ, ਤੁਹਾਨੂੰ ਲਾਇਕ ਬਣਾਉਂਦਾ ਅਤੇ ਫਿਰ ਤੁਹਾਡੇ ਦੁਆਰਾ ਸਵਰਗ ਦਾ ਉਦਘਾਟਨ ਕਰਾਉਂਦਾ ਹਾਂ। ਤੁਸੀਂ ਪੈਗੰਬਰ ਬਣ ਕੇ ਸਾਰਿਆਂ ਨੂੰ ਪੈਗਾਮ ਦਿੰਦੇ ਹੋ। ਮੈਂ ਤੁਹਾਨੂੰ ਬੱਚਿਆਂ ਨੂੰ ਡਾਇਰੈਕਸ਼ਨ ਦਿੰਦਾ ਹਾਂ। ਇਹੀ ਮੇਰੀ ਕਿਰਪਾ व आशीर्वाद है। गीत है, कौन आज आया सवेरे सवेरे। ओम शांति। ਬੱਚਿਆਂ ਨੇ ਗੀਤ ਸੁਣਿਆ। ਤੁਹਾਨੂੰ ਬੱਚਿਆਂ ਨੂੰ ਸਵੇਰੇ ਸਵੇਰੇ ਕੌਣ ਜਗਾਉਣ ਲਈ ਆਇਆ ਹੈ? ਜੋ ਤੁਹਾਡਾ ਗਿਆਨ ਦਾ ਤੀਸਰਾ ਨੇਤਰ ਇੱਕਦਮ ਖੁੱਲ ਗਿਆ। ਬਾਬਾ ਨੇ ਪੁੱਛਿਆ, ਗਿਆਨ ਸਾਗਰ ਪਰਮ ਪਿਤਾ ਪਰਮਾਤਮਾ ਦੁਆਰਾ ਤੁਹਾਡਾ ਗਿਆਨ ਦਾ ਤੀਸਰਾ ਨੇਤਰ ਖੁੱਲਿਆ ਹੈ। ਕਹਿੰਦੇ ਹਨ, ਬਾਪ ਜੋਤੀ ਜਗਾਉਣ ਵਾਲਾ ਹੈ, ਪਰੰਤੂ ਉਹ ਬਾਪ ਹੈ ਇਹ ਕੋਈ ਵੀ ਨਹੀਂ ਜਾਣਦੇ। ਬ੍ਰਹਮ ਸਮਾਜੀ ਕਹਿੰਦੇ ਉਹ ਸ਼ਮਾ ਹੈ, ਜੋਤੀ ਹੈ। ਮੰਦਿਰ ਵਿੱਚ ਹਮੇਸ਼ਾ ਉਹ ਜੋਤੀ ਹੀ ਜਗਾਉਂਦੇ ਹਨ, ਕਿਉਂਕਿ ਉਹ ਪਰਮਾਤਮਾ ਨੂੰ ਜੋਤੀ ਸਵਰੂਪ ਮੰਨਦੇ ਹਨ। ਇਸ ਲਈ ਉੱਥੇ ਮੰਦਿਰ ਵਿੱਚ ਦੀਵਾ ਜਗਾਉਂਦੇ ਰਹਿੰਦੇ ਹਨ। ਹੁਣ ਇਹ ਬਾਪ ਕੋਈ ਮਾਚਿਸ ਨਾਲ ਦੀਵਾ ਨਹੀਂ ਜਗਾਉਂਦੇ। ਇਹ ਤਾਂ ਗੱਲ ਹੀ ਨਿਆਰੀ ਹੈ। ਗਾਇਆ ਵੀ ਜਾਂਦਾ ਹੈ, ਈਸ਼ਵਰ ਦੀ ਗਤਮਤ ਨਿਆਰੀ ਹੈ। ਤੁਸੀਂ ਬੱਚੇ ਹੁਣ ਸਮਝਦੇ ਹੋ, ਬਾਪ ਸਦਗਤੀ ਦੇ ਲਈ ਆ ਕੇ ਗਿਆਨ ਯੋਗ ਸਿਖਾਉਂਦੇ ਹਨ। ਸਿਖਾਉਣ ਵਾਲਾ ਤਾਂ ਜ਼ਰੂਰ ਚਾਹੀਦਾ ਹੈ ਨਾ। ਸਰੀਰ ਤਾਂ ਨਹੀਂ ਸਿਖਾਏਗਾ। ਆਤਮਾ ਹੀ ਸਭ ਕੁਝ ਕਰਦੀ ਹੈ। ਆਤਮਾ ਵਿੱਚ ਹੀ ਅੱਛੇ ਬੁਰੇ ਸੰਸਕਾਰ ਰਹਿੰਦੇ। ਇਸ ਸਮੇਂ ਰਾਵਣ ਦੀ ਪ੍ਰਵੇਸ਼ਤਾ ਦੇ ਕਰਕੇ ਮਨੁੱਖਾਂ ਦੇ ਸੰਸਕਾਰ ਬੁਰੇ ਹਨ, ਅਰਥਾਤ 5 ਵਿਕਾਰਾਂ ਦੀ ਪ੍ਰਵੇਸ਼ਤਾ ਹੈ। ਦੇਵਤਿਆਂ ਵਿੱਚ ਇਹ 5 ਵਿਕਾਰ ਹੁੰਦੇ ਹੀ ਨਹੀਂ। ਭਾਰਤ ਵਿੱਚ ਜਦੋਂ ਦੇਵੀ ਸਵਰਾਜ ਸੀ ਤਾਂ ਇਹ ਬੁਰੇ ਸੰਸਕਾਰ ਨਹੀਂ ਸੀ। ਸਰਵਗੁਣ ਸੰਪੰਨ ਸੀ। ਕਿੰਨੇ ਅੱਛੇ ਸੰਸਕਾਰ ਸੀ ਦੇਵੀ ਦੇਵਤਿਆਂ ਦੇ, ਜੋ ਹੁਣ ਤੁਸੀਂ ਬੱਚੇ ਧਾਰਨ ਕਰ ਰਹੇ ਹੋ। ਬਾਪ ਹੀ ਆ ਕੇ ਸੈਕਿੰਡ ਵਿੱਚ ਸਾਰਿਆਂ ਨੂੰ ਸਦਗਤੀ ਦਿੰਦੇ ਹਨ। ਬਾਕੀ ਗੁਰੂ ਗੁਸਾਈ ਆਦਿ ਇਹ ਤਾਂ ਸਭ ਭਗਤੀ ਮਾਰਗ ਤੋਂ ਚੱਲਦੇ ਆਏ ਹਨ ਨਾ, ਜੋ ਇੱਕ ਦੀ ਵੀ ਗਤੀ ਸਦਗਤੀ ਨਹੀਂ ਕਰ ਸਕਦੇ। ਬਾਪ ਦੇ ਆਉਣ ਨਾਲ ਹੀ ਸਾਰਿਆਂ ਦੀ ਸਦਗਤੀ ਹੁੰਦੀ ਹੈ। ਪਰਮ ਪਿਤਾ ਪਰਮਾਤਮਾ ਨੂੰ ਬੁਲਾਉਂਦੇ ਹੀ ਹਨ, ਇਸ ਲਈ ਕਿ ਆ ਕੇ ਪਤਿਤ ਦੁਨੀਆ ਦਾ ਵਿਨਾਸ਼ ਕਰਕੇ ਪਾਵਨ ਦੁਨੀਆ ਦਾ ਉਦਘਾਟਨ ਕਰੋ ਵਾ ਦਰਵਾਜ਼ਾ ਖੋਲੋ। ਬਾਬਾ ਆ ਕੇ ਗੇਟ ਖੁਲਵਾਉਂਦੇ ਹਨ ਸ਼ਿਵ ਸ਼ਕਤੀ ਮਾਤਾਵਾਂ ਦੁਆਰਾ। ਵੰਦੇ ਮਾਤਰਮ ਗਾਇਆ ਹੋਇਆ ਹੈ ਨਾ। ਇਸ ਸਮੇਂ ਦੀ ਕੋਈ ਵੀ ਮਾਤਾ ਦੀ ਵੰਦਨਾ ਨਹੀਂ ਕੀਤੀ ਜਾਂਦੀ, ਕਿਉਂਕਿ ਕੋਈ ਵੀ ਸ੍ਰੇਸ਼ਟਾਚਾਰੀ ਮਾਤਾ ਨਹੀਂ ਹੈ। ਸ੍ਰੇਸ਼ਟਾਚਾਰੀ ਉਸਨੂੰ ਕਿਹਾ ਜਾਂਦਾ ਜੋ ਯੋਗ ਬਲ ਤੋਂ ਪੈਦਾ ਹੋਵੇ। ਲਕਸ਼ਮੀ ਨਾਰਾਇਣ ਨੂੰ ਸ੍ਰੇਸ਼ਟਾਚਾਰੀ ਕਹਿੰਦੇ। ਭਾਰਤ ਵਿੱਚ ਜਦੋਂ ਦੇਵੀ ਦੇਵਤਿਆਂ ਦਾ ਰਾਜ ਸੀ ਤਾਂ ਭਾਰਤ ਸ੍ਰੇਸ਼ਟਾਚਾਰੀ ਸੀ। ਇਹਨਾਂ ਗੱਲਾਂ ਨੂੰ ਇੱਕ ਵੀ ਮਨੁੱਖ ਨਹੀਂ ਜਾਣਦੇ। ਬਾਬਾ ਕਹਿੰਦੇ
ਕਿ ਬਾਪ ਆਏ ਹਨ ਹੁਣ ਤੁਹਾਨੂੰ ਜਗਾਉਣ ਦੇ ਲਈ, ਕਿਉਂਕਿ ਮਨੁੱਖ ਸੁੱਤੇ ਪਏ ਹਨ। ਭਗਤੀ ਦੀ ਰਾਤ ਹੁਣ ਪੂਰੀ ਹੋਈ, ਦਿਨ ਸ਼ੁਰੂ ਹੁੰਦਾ ਹੈ। ਰਾਤ ਪੂਰੀ ਹੋ ਹੁਣ ਦਿਨ ਸ਼ੁਰੂ ਹੋ ਰਿਹਾ ਹੈ। ਬਾਪ ਸੰਗਮ ਯੁੱਗ ਤੇ ਆਏ ਹੋਏ ਹਨ। ਬੱਚਿਆਂ ਨੂੰ ਦਿਵਯ ਬੁੱਧੀ, ਦਿਵਯ ਦ੍ਰਿਸ਼ਟੀ ਅਤੇ ਗਿਆਨ ਦਾ ਤੀਸਰਾ ਨੇਤਰ ਦਿੰਦੇ ਹਨ, ਜਿਸ ਨਾਲ ਤੁਸੀਂ ਸਾਰੇ ਵਿਸ਼ਵ ਨੂੰ ਜਾਣ ਜਾਂਦੇ ਹੋ। ਤੁਹਾਡੀ ਬੁੱਧੀ ਵਿੱਚ ਬੈਠਿਆ ਹੈ। ਇਹ ਬਣਿਆ ਬਣਾਇਆ ਅਵਿਨਾਸ਼ੀ ਡਰਾਮਾ ਹੈ ਜੋ ਫਿਰਦਾ ਹੀ ਰਹਿੰਦਾ ਹੈ। ਹੁਣ ਤੁਸੀਂ ਕਿੰਨਾ ਜਾਗ ਗਏ ਹੋ। ਸਾਰੀ ਦੁਨੀਆ ਤਾਂ ਸੁੱਤੀ ਪਈ ਹੈ ਨਾ। ਹੁਣ ਤੁਹਾਨੂੰ ਬੱਚਿਆਂ ਨੂੰ ਸਾਰੇ ਵਿਸ਼ਵ ਦੀ ਆਦਿ, ਮੱਧ, ਅੰਤ, ਮੂਲ ਵਤਨ, ਸੂਖਸ਼ਮ ਵਤਨ, ਸਥੂਲ ਵਤਨ ਦਾ ਪਤਾ ਹੈ। ਬਾਕੀ ਸਾਰੀ ਦੁਨੀਆ ਕੁੰਭਕਰਨ ਦੀ ਅਗਿਆਨ ਨੀਂਦ ਵਿੱਚ ਸੁੱਤੀ ਹੋਈ ਹੈ। ਇਹ ਕਿਸੇ ਨੂੰ ਵੀ ਪਤਾ ਨਹੀਂ ਕਿ ਪਤਿਤ ਪਾਵਨ ਕੌਣ ਹੈ। ਪੁਕਾਰਦੇ ਹਨ, ਹੇ ਪਤਿਤ ਪਾਵਨ ਆਓ। ਇਹ ਨਹੀਂ ਕਹਿੰਦੇ ਕਿ ਆ ਕੇ ਆਦਿ, ਮੱਧ, ਅੰਤ ਦਾ ਰਾਜ ਸੁਣਾਓ। ਬਾਬਾ ਕਹਿੰਦੇ ਤੁਸੀਂ ਇਸ ਸ੍ਰਿਸ਼ਟੀ ਨੂੰ ਸਮਝਣ ਦੇ ਕਰਕੇ, ਸ੍ਰਿਸ਼ਟੀ ਚੱਕਰ ਨੂੰ ਸਮਝਣ ਦੇ ਕਰਕੇ ਚੱਕਰਵਰਤੀ ਰਾਜਾ ਬਣਦੇ ਹੋ। ਯਾਦ ਨਾਲ ਹੀ ਤੁਸੀਂ ਪਾਵਨ ਬਣਦੇ ਹੋ। ਇਹ ਵੀ ਤੁਸੀਂ ਜਾਣਦੇ ਹੋ ਕਿ ਵਿਨਾਸ਼ ਤਾਂ ਸਾਹਮਣੇ ਖੜਾ ਹੈ, ਲੜਾਈ ਵੀ ਹੋਣੀ ਹੈ। ਬਾਕੀ ਕੌਰਵਾਂ ਅਤੇ ਪਾਂਡਵਾਂ ਦੀ ਲੜਾਈ ਨਹੀਂ ਹੋਈ। ਪਾਂਡਵ ਕੌਣ ਸੀ ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਸੈਨਾ ਆਦਿ ਦੀ ਕੋਈ ਗੱਲ ਨਹੀਂ। ਤੁਹਾਡੀ ਤਰਫ ਹੈ ਸਾਖਸ਼ਾਤ ਪਰਲੌਕਿਕ ਪਰਮ ਪਿਤਾ ਪਰਮਾਤਮਾ। ਉਸ ਬਾਪ ਤੋਂ ਤੁਹਾਨੂੰ ਵਰਸਾ ਮਿਲਦਾ ਹੈ। ਹੁਣ ਤੁਸੀਂ ਬੱਚੇ ਵਿਨਾਸ਼ ਤੋਂ ਪਹਿਲਾਂ ਸਤੋ ਪ੍ਰਧਾਨ ਜ਼ਰੂਰ ਬਣਨਾ ਹੈ। ਗ੍ਰਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਰਹਿਣਾ ਹੈ। ਗਾਇਆ ਵੀ ਹੋਇਆ ਹੈ ਭਗਵਾਨੋਵਾਚ, ਗ੍ਰਸਤ ਵਿਵਹਾਰ ਵਿੱਚ ਰਹਿੰਦੇ ਇੱਕ ਜਨਮ ਪਵਿੱਤਰ ਬਣੋ। ਪਾਸਟ ਇਜ਼ ਪਾਸਟ, ਜੋ ਬੀਤ ਗਿਆ ਸੋ ਬੀਤ ਗਿਆ। ਇਹ ਵੀ ਡਰਾਮਾ ਵਿੱਚ ਨੋਂਦ ਹੈ। ਸ੍ਰਿਸ਼ਟੀ ਨੇ ਸਤੋ ਪ੍ਰਧਾਨ ਬਣਨਾ ਹੀ ਹੈ। ਇਹ ਵੀ ਡਰਾਮਾ ਦੀ ਭਾਵੀ ਹੈ। ਈਸ਼ਵਰ ਦੀ ਭਾਵੀ ਨਹੀਂ, ਡਰਾਮਾ ਦੀ ਭਾਵੀ ਇਸ ਤਰ੍ਹਾਂ ਦੀ ਬਣੀ ਹੈ। ਸੋ ਬਾਪ ਬੈਠ ਸਮਝਾਉਂਦੇ ਹਨ। ਅੱਧਾ ਕਲਪ ਜਦੋਂ ਪੂਰਾ ਹੁੰਦਾ ਹੈ ਤਾਂ ਬਾਪ ਆਉਂਦੇ ਹਨ। ਬਾਪ ਕਹਿੰਦੇ ਹਨ, ਜਦੋਂ ਰਾਤ ਪੂਰੀ ਹੋ ਕੇ ਦਿਨ ਸ਼ੁਰੂ ਹੁੰਦਾ ਹੈ ਤਾਂ ਮੈਂ ਆਉਂਦਾ ਹਾਂ। ਸ਼ਿਵਰਾਤਰੀ ਵੀ ਕਹਿੰਦੇ ਹਨ ਨਾ। ਸ਼ਿਵ ਦੇ ਪੁਜਾਰੀ ਸ਼ਿਵਰਾਤਰੀ ਮਨਾਉਂਦੇ। ਗਵਰਮੈਂਟ ਨੇ ਤਾਂ ਛੁੱਟੀ ਵੀ ਬੰਦ ਕਰ ਦਿੱਤੀ। ਨਹੀਂ ਤਾਂ ਘੱਟੋ ਘੱਟ 1 ਮਹੀਨੇ ਤੱਕ ਛੁੱਟੀਆਂ ਹੋਣੀਆਂ ਚਾਹੀਦੀਆਂ। ਕਿਸੇ ਨੂੰ ਵੀ ਇਹ ਪਤਾ ਨਹੀਂ ਹੈ ਕਿ ਸ਼ਿਵ ਬਾਬਾ ਹੀ ਸਾਰਿਆਂ ਦੀ ਸਦਗਤੀ ਕਰਨ ਵਾਲਾ ਹੈ। ਉਹੀ ਸਾਰਿਆਂ ਦਾ ਦੁੱਖ ਹਰਤਾ ਸੁੱਖ ਕਰਤਾ ਹੈ। ਉਹਨਾਂ ਦੀ ਜਯੰਤੀ ਤਾਂ ਬੜੇ ਧੂਮ-ਧਾਮ ਨਾਲ 1 ਮਹੀਨੇ ਤੱਕ ਸਾਰੇ ਧਰਮ ਵਾਲਿਆਂ ਨੂੰ ਮਨਾਉਣੀ ਚਾਹੀਦੀ ਹੈ। ਖਾਸ ਭਾਰਤ ਨੂੰ ਬਾਪ ਡਾਇਰੈਕਟ ਸਦਗਤੀ ਦਿੰਦੇ ਹਨ। ਜਦੋਂ ਭਾਰਤ ਸਵਰਗ ਸੀ ਤਾਂ ਦੇਵੀ ਦੇਵਤਿਆਂ ਦਾ ਰਾਜ ਸੀ। ਉਸ ਸਮੇਂ ਹੋਰ ਕੋਈ ਵੀ ਧਰਮ ਨਹੀਂ ਸੀ। ਬਾਪ ਸਮਝਾਉਂਦੇ ਹਨ, ਇਹ ਲక్ష్ਮੀ ਨਾਰਾਇਣ ਅੰਤ ਵਿੱਚ ਆ ਕੇ ਬ੍ਰਹਮਾ ਸਰਸਵਤੀ, ਜਗਤ ਅੰਬਾ, ਜਗਤ ਪਿਤਾ ਬਣਦੇ ਹਨ। ਜੋ ਦੋਨੋਂ ਫੇਰ ਵਿਸ਼ਨੂੰ ਅਰਥਾਤ ਲక్ష్ਮੀ ਨਾਰਾਇਣ ਬਣਦੇ ਹਨ। ਬਾਪ ਬੈਠ ਸਮਝਾਉਂਦੇ ਹਨ, ਜੋ ਵੀ ਚਿੱਤਰ ਦੇਖਦੇ ਹੋ ਇਸ ਵਿੱਚ ਕੁਝ ਵੀ ਯਥਾਰਥ ਨਹੀਂ ਹੈ। ਸ਼ਿਵ ਦਾ ਵੱਡਾ ਚਿੱਤਰ ਬਣਾਉਂਦੇ ਹਨ। ਅਯਥਾਰਥ ਹੈ ਨਾ, ਉਹ ਵੀ ਭਗਤੀ ਦੇ ਕਾਰਨ ਵੱਡਾ ਬਣਾਇਆ। ਨਹੀਂ ਤਾਂ ਬਿੰਦੀ ਦੀ ਪੂਜਾ ਕਿਵੇਂ ਕਰਨਗੇ। ਅੱਛਾ, ਫਿਰ ਬ੍ਰਹਮਾ ਵਿਸ਼ਨੂੰ ਸ਼ੰਕਰ ਦੇ ਲਈ ਵੀ ਸਮਝ ਕੁਝ ਨਹੀਂ ਸਕਦੇ। ਤ੍ਰਿਮੂਰਤੀ ਕਹਿ ਦਿੰਦੇ, ਬ੍ਰਹਮਾ ਦੁਆਰਾ ਸਥਾਪਨਾ, ਵਿਸ਼ਨੂੰ ਦੁਆਰਾ ਪਾਲਣਾ। ਇਹ ਵੀ ਕਹਿੰਦੇ ਹਨ, ਪਰੰਤੂ ਬ੍ਰਹਮਾ ਤਾਂ ਸਥਾਪਨਾ ਕਰਦੇ ਨਹੀਂ। ਬਾਬਾ ਕਹਿੰਦੇ ਕਿ ਬ੍ਰਹਮਾ ਦੁਆਰਾ ਸਥਾਪਨਾ ਕੌਣ ਕਰਾਉਂਦਾ ਹੈ?
ब्रह्मा तां स्थापना नहीं करनगे। स्वर्ग दी स्थापना तां परम पिता परमात्मा ही करदे हन। ਇਹ ਆਤਮਾ ਤਾਂ ਪਤਿਤ ਹੈ, ਇਸ ਦਾ ਇਸ ਨੂੰ ਵਿਅਕਤ ਬ੍ਰਹਮਾ ਕਿਹਾ ਜਾਂਦਾ। ਹੁਣ ਇਹੀ ਆਤਮਾ ਪਾਵਨ ਬਣ ਜਾਏਗੀ ਤਾਂ ਚਲੀ ਜਾਏਗੀ, ਫਿਰ ਸਤਯੁਗ ਵਿੱਚ ਜਾ ਕੇ ਨਾਰਾਇਣ ਬਣਦੇ ਹਨ। ਤਾਂ ਪ੍ਰਜਾ ਪਿਤਾ ਬ੍ਰਹਮਾ ਜ਼ਰੂਰ ਇੱਥੇ ਹੋਣਾ ਚਾਹੀਦਾ ਹੈ ਨਾ। ਚਿੱਤਰ ਫਿਰ ਉੱਥੇ ਦੇ ਦਿੱਤੇ ਹਨ। ਜਿਵੇਂ ਗਿਆਨ ਦੇ ਅਲੰਕਾਰ ਅਸਲ ਵਿੱਚ ਹੈ ਤਾਂ ਤੁਹਾਡੇ, ਬਾਬਾ ਕਹਿੰਦੇ, ਪਰੰਤੂ ਵਿਸ਼ਨੂੰ ਨੂੰ ਦੇ ਦਿੱਤੇ। ਨੌਦਾ ਭਗਤੀ ਵਿੱਚ ਵੀ ਸਾਖਸ਼ਾਤਕਾਰ ਹੁੰਦਾ ਹੈ। ਮੀਰਾਂ ਦਾ ਨਾਮ ਗਾਇਆ ਜਾਂਦਾ ਹੈ ਨਾ। ਪੁਰਸ਼ਾਂ ਵਿੱਚ ਨੰਬਰ 1 ਭਗਤ ਨਾਰਦ, ਮਾਤਾਵਾਂ ਵਿੱਚ ਮੀਰਾਂ ਗਾਈ ਜਾਂਦੀ ਹੈ। ਹੁਣ ਤੁਸੀਂ ਨਾਰਾਇਣ ਅਥਵਾ ਲక్ష్ਮੀ ਨੂੰ ਵਰਨ ਦੇ ਲਈ ਇਹ ਗਿਆਨ ਸੁਣ ਰਹੇ ਹੋ। ਭਗਵਾਨ ਆਇਆ ਹੈ। ਕਦੋਂ ਆ ਕੇ ਗੀਤਾ ਸੁਣਾਈ? ਤਿਥੀ ਤਾਰੀਖ ਤਾਂ ਕੁਝ ਵੀ ਨਹੀਂ ਦੱਸਦੇ। ਕਲਪ ਦੀ ਉਮਰ ਹੀ ਲੱਖਾਂ ਸਾਲ ਕਹਿ ਦਿੱਤੀ। ਕੋਈ ਦੀ ਵੀ ਬੁੱਧੀ ਵਿੱਚ ਨਹੀਂ ਆਉਂਦਾ। ਹੁਣ ਬਾਪ ਬੈਠ ਕੇ ਸਮਝਾਉਂਦੇ ਹਨ ਕਿ ਬ੍ਰਾਹਮਣਾਂ ਦਾ ਝਾੜ ਵਰਿੱਧੀ ਨੂੰ ਪਾਉਂਦਾ ਰਹਿੰਦਾ ਹੈ। ਤੁਸੀਂ ਬੱਚੇ ਜਾਣਦੇ ਹੋ ਕਿ ਵਰਣਾਂ ਵਿੱਚ ਅਸੀਂ ਕਿਵੇਂ ਆਉਂਦੇ ਹਾਂ। ਅਸੀਂ ਬ੍ਰਾਹਮਣ ਵਰਣ ਵਿੱਚ ਸਭ ਤੋਂ ਉੱਚੇ ਹਾਂ। ਸਭ ਤੋਂ ਉੱਚਾ ਹੈ ਬ੍ਰਾਹਮਣ ਵਰਣ। ਸ਼ਿਵ ਬਾਬਾ ਹੁਣ ਸਵਰਗ ਦਾ ਉਦਘਾਟਨ ਕਰਾ ਰਹੇ ਹਨ। ਬਾਬਾ ਕਹਿੰਦੇ ਬੱਚਿਆਂ ਦੁਆਰਾ ਹੀ ਕਰਾ ਰਿਹਾ ਹਾਂ। ਸਥਾਪਨਾ ਹੋ ਰਹੀ ਹੈ। ਸ਼ਿਵ ਬਾਬਾ ਹੈ ਕਰਨ ਕਰਾਵਨਹਾਰ। ਜੋ ਕਰਾ ਰਹੇ ਹਨ ਉਹ ਕਰਦਾ ਵੀ ਹੈ। ਮੁਰਲੀ ਕੌਣ ਚਲਾਉਂਦਾ? ਤਾਂ ਕਰਮ ਕਰਦਾ ਹੈ ਨਾ। ਤੁਹਾਨੂੰ ਵੀ ਸਿਖਲਾਉਂਦੇ ਹਨ ਕਿ ਇਸ ਤਰ੍ਹਾਂ ਚਲਾਓ। ਮਹਾ ਮੰਤਰ ਦਿੰਦੇ ਹਨ, ਮਨ ਮਨਾ ਭਵ। ਤੁਸੀਂ ਫਿਰ ਕਹਿੰਦੇ ਹੋ, ਤੁਹਾਨੂੰ ਫਿਰ ਕਹਿੰਦੇ ਹਨ, ਬੱਚੇ ਤੁਸੀਂ ਹੋਰਾਂ ਨੂੰ ਵੀ ਸਿਖਾਓ। ਤੁਸੀਂ ਬੱਚੇ ਸਿੱਖਿਆ ਦਿੰਦੇ ਹੋ ਕਿ ਬਾਪ ਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਅੱਛਾ ਮਿੱਠੇ ਮਿੱਠੇ ਸਿੱਕੇ ਲੱਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਪੁਆਇੰਟ, ਪਾਸਟ ਇਜ਼ ਪਾਸਟ। ਜੋ ਬੀਤਿਆ ਉਸ ਨੂੰ ਭੁੱਲ ਕੇ ਗ੍ਰਸਤ ਵਿਵਹਾਰ ਵਿੱਚ ਰਹਿੰਦੇ ਸਤੋ ਪ੍ਰਧਾਨ ਬਣਨ ਦਾ ਪੁਰੁਸ਼ਾਰਥ ਕਰਨਾ ਹੈ। ਵਿਨਾਸ਼ ਤੋਂ ਪਹਿਲਾਂ ਪਾਵਨ ਜ਼ਰੂਰ ਬਣਨਾ ਹੈ। ਦੂਸਰਾ, ਭਾਰਤ ਨੂੰ ਸਵਰਗ ਬਣਾਉਣ ਦੀ ਸੱਚੀ ਸੇਵਾ ਵਿੱਚ ਤਤਪਰ ਰਹਿਣਾ ਹੈ। ਖਾਣ ਪਾਨ ਬਹੁਤ ਸ਼ੁੱਧ ਰੱਖਣਾ ਹੈ। ਪਵਿੱਤਰ ਭੋਜਨ ਹੀ ਖਾਣਾ ਹੈ। ਵਰਦਾਨ, ਰੂਹੇ ਗੁਲਾਬ ਬਨ। ਦੂਰ ਦੂਰ ਤੱਕ ਰੂਹਾਨੀ ਖੁਸ਼ਬੂ ਫੈਲਾਉਣ ਵਾਲੇ ਰੂਹਾਨੀ ਸੇਵਾਧਾਰੀ ਭਵ। ਰੂਹਾਨੀ ਰੂਹੇ ਗੁਲਾਬ ਆਪਣੀ ਰੂਹਾਨੀ ਵਰਤੀ ਦੁਆਰਾ ਰੂਹਾਨੀਅਤ ਦੀ ਖੁਸ਼ਬੂ ਦੂਰ ਦੂਰ ਤੱਕ ਫੈਲਾਉਂਦੇ ਹਨ। ਉਹਨਾਂ ਦੀ ਦ੍ਰਿਸ਼ਟੀ ਵਿੱਚ ਸਦਾ ਸੁਪਰੀਮ ਰੂਹ ਹੀ ਸਮਾਇਆ ਹੋਇਆ ਰਹਿੰਦਾ ਹੈ। ਉਹ ਸਦਾ ਰੂਹ ਨੂੰ ਦੇਖਦੇ, ਰੂਹ ਨਾਲ ਬੋਲਦੇ, ਮੈਂ ਰੂਹ ਹਾਂ, ਸਦਾ ਸੁਪਰੀਮ ਰੂਹ ਦੀ ਛਤਰ ਛਾਇਆ ਵਿੱਚ ਚੱਲ ਰਿਹਾ ਹਾਂ। ਬਾਬਾ ਨੇ ਕਿਹਾ, ਮੈਂ ਰੂਹ ਦਾ ਕਰਨ ਕਰਾਵਨਹਾਰ ਸੁਪਰੀਮ ਰੂਹ ਹੈ। ਇਸ ਤਰ੍ਹਾਂ ਹਰ ਸੈਕਿੰਡ ਹਜ਼ੂਰ ਨੂੰ ਹਾਜ਼ਰ ਅਨੁਭਵ ਕਰਨ ਵਾਲੇ ਸਦਾ ਰੂਹਾਨੀ ਖੁਸ਼ਬੂ ਵਿੱਚ ਅਵਿਨਾਸ਼ੀ ਅਤੇ ਇਕਰਸ ਰਹਿੰਦੇ ਹਨ। ਇੱਥੇ ਹਨ ਰੂਹਾਨੀ ਸੇਵਾਧਾਰੀ ਦੀ ਨੰਬਰ 1 ਵਿਸ਼ੇਸ਼ਤਾ। ਇਹ ਹੈ ਰੂਹਾਨੀ ਸੇਵਾਧਾਰੀ ਦੀ ਨੰਬਰ 1 ਵਿਸ਼ੇਸ਼ਤਾ। ਸਲੋਗਨ ਹੈ, ਨਿਰਵਿਘਨ ਬਣ। ਸੇਵਾ ਵਿੱਚ ਨੰਬਰ ਅੱਗੇ ਲੈਣਾ ਅਰਥਾਤ ਨੰਬਰ 1 ਭਾਗਸ਼ਾਲੀ ਬਣਨਾ। ਅੱਛਾ, ਓਮ ਸ਼ਾਂਤੀ।